ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਜਕਾਰਾ ਦੂਦਾ ਧਾਰੀ ਬਾਬਾ ਜੀ ਦਾ। ਆਪਾਂ ਅੱਜ ਗੱਲ ਕਰਨੀ ਆ ਹੰਕਾਰ ਮਾਣ ਦੀ। ਜਦੋਂ ਜਦੋਂ ਵੀ ਕਿਸੇ ਭਗਤ ਵਿੱਚ ਹੰਕਾਰ ਆਉਂਦਾ, ਮਾਣ ਆਉਂਦਾ, ਉਹਦਾ ਫਿਰ ਵਿਨਾਸ਼ ਹੋ ਜਾਂਦਾ। ਮਾਣ ਹੋਣਾ ਮਾੜੀ ਗੱਲ ਨਹੀਂ, ਪਰ ਮਾਣ ਕਿਹਦਾ ਹੋਵੇ? ਪਰਮਾਤਮਾ ਦਾ, ਆਪਣੇ ਗੁਰੂ ਦਾ, ਕਿ ਮੇਰੇ ਗੁਰੂ ਦਾ ਪਿੱਛੇ ਹੱਥ ਵਾ। ਕਈਆਂ ਕੋਲ ਇਹੀ ਹੰਕਾਰ ਹੁੰਦਾ ਕਿ ਮੇਰੇ ਜੇਬ 'ਚ ਬਹੁਤ ਧਨ ਵਾ, ਮੇਰੇ ਕੋਲ ਪੈਸਾ ਬਹੁਤ ਵਾ, ਪਰ ਉਹ ਜਿਹੜਾ ਹੰਕਾਰ ਆ ਵਿਨਾਸ਼ ਦਾ ਕਾਰਨ ਬਣ ਜਾਂਦਾ। ਜਿੱਦਾਂ ਮੰਨ ਲਓ ਕਿਸੇ ਸੰਤਾਂ ਕੋ ਜਾਂ ਕਿਸੇ ਭਗਤ ਕੋ ਸ਼ਕਤੀ ਆ ਜਾਂਦੀ ਆ। ਜਿੱਦਾਂ ਹੁਣ ਸਲੇਰਨ ਧਾਮ ਤੁਸੀਂ ਰਹਿੰਦੇ ਆ, ਕਈਆਂ ਭਗਤਾਂ ਨੇ ਨਾਮ ਭਜਨ ਲਿਆ, ਪਹਿਲਾਂ ਉਹਨਾਂ 'ਚ ਕੋਈ ਸ਼ਕਤੀ ਨਹੀਂ ਸੀ। ਇੱਕ ਨੋਰਮਲ ਇਨਸਾਨ ਆਏ ਸਾਡੇ ਕੋਲ, ਜਦੋਂ ਸਲੇਰਨ ਧਾਮ ਆਏ ਆ, ਉਹ ਨੋਰਮਲ ਜਿਹੇ ਆਏ, ਨਾ ਤਾਂ ਉਹਨਾਂ ਕੋਲ ਧਨ ਸੀਗਾ, ਨਾ ਕੋਈ ਸ਼ਕਤੀ ਸੀਗੀ, ਕੁਛ ਵੀ ਨਹੀਂ ਸੀ ਪੱਲੇ, ਸਰੀਰ ਵੀ ਨਹੀਂ ਸੀ ਚੰਗੇ। ਫਿਰ ਉਹਨਾਂ ਨੇ ਕੀ ਕੀਤਾ? ਸੇਵਾ ਕੀਤੀ। ਸੇਵਾ ਕਰਨ ਉਪਰੰਤ ਬਾਬਾ ਜੀ ਨੇ ਉਹਨਾਂ ਦੀ ਸਿਹਤ ਠੀਕ ਕੀਤੀ। ਕਈਆਂ ਦੀਆਂ ਲੋਟਰੀਆਂ ਲੱਗ ਗਈਆਂ, ਕੋਈ ਬਾਹਰਲੇ ਮੁਲਕਾਂ ਨੂੰ ਚਲੇ ਗਏ, ਕਈਆਂ ਨੂੰ ਕਿੱਦਾਂ ਤਰੱਕੀ ਦਿੱਤੀ, ਕਿਸੇ ਨੂੰ ਕੁਛ ਮਿਲ ਗਿਆ, ਕਿਸੇ ਨੂੰ ਕੁਛ ਮਿਲਿਆ। ਸਮਾਂ ਪਿਆ, ਤਕਦੀਰਾਂ ਬਦਲ ਗਈਆਂ, ਬਾਬਾ ਜੀ ਨੇ ਉਹ ਭਗਤ ਤਾਰ ਦਿੱਤੇ। ਠੀਕ, ਜੇ ਤਾਂ ਉਹ ਸਾਰੀ ਜ਼ਿੰਦਗੀ ਆਪਣਾ ਪਹਿਲਾ ਦਿਨ ਯਾਦ ਰੱਖਣਗੇ ਕਿ ਜਿੱਦਣ ਅਸੀਂ ਪਹਿਲੇ ਦਿਨ ਬਾਬਾ ਜੀ ਆਏ ਸੀ, ਤੇ ਜਦੋਂ ਪਹਿਲੇ ਦਿਨ ਬਾਬਾ ਜੀ ਆਏ, ਉਹ ਸਾਡੇ ਕੋਲ ਨਾ ਤਾਂ ਸਿਹਤ ਸੀਗੀ, ਨਾ ਧਨ ਸੀਗਾ, ਨਾ ਕੋਈ ਮਕਾਨ ਸੀ ਚੰਗਾ, ਨਾ ਸਾਡੇ ਕੋਲ ਬਾਹਰਲਾ ਵੀਜ਼ਾ ਸੀਗਾ। ਫੇਰ ਤਾਂ ਕੀ ਹੋਣਾ? ਫੇਰ ਉਹਨਾਂ ਨੂੰ ਬਾਬਾ ਜੀ ਨੇ ਪਾਰ ਲੰਘਾ ਦੇਣਾ। ਜੋ ਪਹਿਲਾ ਦਿਨ ਯਾਦ ਰੱਖਣਗੇ ਅਸੀਂ ਪਹਿਲੇ ਦਿਨ ਕਿਹੋ ਜਿਹਾ ਸੀ। ਸਮਾਂ ਪੈਂਦਾ, ਜਿੱਦਾਂ ਜਿੱਦਾਂ ਦਿਨ ਬਦਲਦੇ ਆ, ਬੰਦੇ ਵੀ ਬਦਲ ਜਾਂਦੇ ਆ। ਫਿਰ ਉਹ ਕੀ ਖੜਾ ਕਰਦੇ ਆ? ਨਰਕ ਕੁੰਡ। ਫਿਰ ਉਹ ਨਰਕ ਕੁੰਡ 'ਚ ਜਾਣੇ ਆ। ਇੱਦਾਂ ਹੀ ਜਦੋਂ ਭਗਵਾਨ ਰਾਮ ਚੰਦਰ ਜੀ ਆਏ, ਰਾਮ ਚੰਦਰ ਜੀ ਦੇ ਸਮੇਂ, ਜਦੋਂ ਰਾਮ ਚੰਦਰ ਜੀ ਦਾ ਜਨਮ ਵੀ ਨਹੀਂ ਸੀ ਹੋਇਆ, ਰਾਵਣ ਪਹਿਲਾਂ ਆਇਆ। ਰਾਵਣ ਮਹਾਦੇਵ ਦਾ ਭਗਤ, ਭੋਲੇਨਾਥ ਦਾ ਭਗਤ, ਬੜੀ ਭਗਤੀ ਕੀਤੀ। ਸੋਨੇ ਦਾ ਪਰਬਤ ਲੈ ਕੇ ਉੜ ਕੇ ਕੈਲਾਸ਼ ਤੋਂ ਲੰਕਾ ਨੂੰ ਆਇਆ ਸੀ। ਮਹਾਦੇਵ ਨੇ, ਜਿੱਦਾਂ ਹਨੂਮਾਨ ਜੀ ਵੀ ਹੈ ਨਾ ਪਰਬਤ ਚੱਕ ਕੇ ਉੜੇ ਸੀ, ਇੱਦਾਂ ਰਾਵਣ ਵੀ ਇੱਕ ਵਾਰੀ ਸੋਨੇ ਦਾ ਪਰਬਤ ਚੱਕ ਕੇ ਲੰਕਾ ਨੂੰ ਲੈ ਆਇਆ ਸੀਗਾ। ਪਰ ਉਹਨੂੰ, ਉਹਦਾ ਵਿਨਾਸ਼ ਕਿੱਦਾਂ ਹੋਇਆ? ਉਹਨੂੰ ਹੰਕਾਰ ਹੋ ਗਿਆ। ਉਹਨੂੰ ਹੰਕਾਰ ਹੋ ਗਿਆ ਆਪਣੀ ਸ਼ਕਤੀ ਦਾ, ਭਗਤੀ ਦਾ। ਸਮਾਂ ਪਿਆ, ਜਿਸ ਗੁਰੂ ਨੇ ਉਹਨੂੰ ਸ਼ਬਦ ਦਿੱਤਾ ਸੀਗਾ ਕਿ ਉਹ ਮਹਾਦੇਵ ਦਾ ਸ਼ਿਸ਼ ਸੀ, ਉਹ ਜਿਸ ਗੁਰੂ ਨੇ ਉਹਨਾਂ ਨੂੰ ਨਾਮ ਭਜਨ ਦਿੱਤਾ, ਭਗਤੀ ਦਾ ਗਿਆਨ ਦਿੱਤਾ, ਸ਼ਕਤੀਆਂ ਦਿੱਤੀਆਂ, 10 ਸਿਰਾਂ ਦਾ ਵਰਦਾਨ ਦਿੱਤਾ, ਉਹਨੇ ਕੀ ਕੀਤਾ? ਉਹ ਸ਼ਕਤੀ ਦਾ ਪ੍ਰਯੋਗ ਕਿਤੇ ਕੀਤਾ? ਆਪਣੇ ਗੁਰੂ ਤੇ। ਜਿਸ ਪਰਬਤ ਉੱਤੇ ਗੁਰੂ ਬੈਠੇ ਸੀਗੇ ਭਗਤੀ ਕਰਦੇ, ਜਾਂ ਤਾਂ ਉਹਨੂੰ ਫੁੱਲ ਬੂਟੇ ਲਵਾਉਂਦਾ, ਉਹਨੂੰ ਸਜਾਵਟ ਕਰਦਾ, ਉਹਦੀ ਸੁੰਦਰਤਾ ਬਣਾਉਂਦਾ। ਉਹ ਕੀ ਕਰਨ ਲੱਗ ਪਿਆ? ਜਾ ਕੇ ਪਰਬਤ ਹੀ ਚੁੱਕ ਦਿੱਤਾ ਜਿੱਥੇ ਮਹਾਦੇਵ ਬੈਠੇ। ਹੁਣ ਤੁਸੀਂ ਸਵੈਂ ਵਿਚਾਰ ਕਰਨਾ, ਉਹਦੇ ਉੱਪਰ ਬੈਠੇ ਆ, ਪਰਬਤ ਚੁੱਕ ਹੋ ਗਿਆ। ਪਰ ਭਗਵਾਨ ਦੀ ਇੱਛਾ ਨਾਲ ਸਾਰਾ ਕੁਛ ਹੁੰਦਾ। ਹੁਣ ਮਹਾਦੇਵ ਦਾ ਭਗਤੀ ਕਰਦੇ ਪਏ, ਜਦੋਂ ਇੱਦਾਂ ਹਨਾ ਉਹਨਾਂ ਦਾ ਡੋਲ ਗਿਆ, ਉਹ ਬੈਠੇ ਤਾਂ ਉਹਦੇ ਉੱਤੇ ਹੀ ਆ। ਪਰ ਜਦੋਂ ਉਹਨਾਂ ਨੇ ਆਪਣਾ ਦੇਖਿਆ ਨਾ, ਉਹਨਾਂ ਨੇ ਆਪਦਾ ਭਗਤੀਆਂ ਦੇਖਿਆ ਕਿ ਰਾਵਣ ਨੇ ਚੁੱਕਤਾ, ਉਹਨਾਂ ਨੇ ਸਿਰਫ ਇਹਦਾ ਅੰਗੂਠਾ ਲਾਇਆ, ਹੁਣ ਉਹਨੂੰ ਟੱਚ ਕੀਤਾ ਅੰਗੂਠੇ ਨਾਲ ਪਰਬਤ ਨੂੰ, ਫਿਰ ਉਹਦੇ ਹੱਥ ਉਹਦੇ ਥੱਲੇ ਆ ਗਏ। ਫਿਰ ਉਹਨੇ ਸ਼ਿਵ ਤਾਂਡਵ ਗਾਇਆ। ਉਹ ਮਹਾਦੇਵ ਖੁਸ਼ ਹੋ ਗਏ, ਭੋਲੇਨਾਥ ਨਾ, ਉਹ ਫਿਰ ਨੱਚਣ ਲੱਗ ਪਏ, ਖੁਸ਼ ਹੋ ਗਏ। ਪਰ ਤੁਸੀਂ ਦੇਖੋ, ਹੁਣ ਵਿਚਾਰ ਕਰਿਓ, ਬੈਠੇ ਤਾਂ ਉਸੇ ਹੀ ਪਰਬਤ ਉੱਤੇ ਆ, ਅੰਗੂਠਾ ਲਾਉਣ ਉਹਨਾਂ ਦੇ ਹੱਥ ਥੱਲੇ ਆ ਗਿਆ, ਪਹਿਲਾਂ ਆਏ ਨਹੀਂ। ਕਿਉਂਕਿ ਹੁਣ ਭਗਵਾਨ ਦੀ ਇੱਛਾ ਹੋ ਗਈ ਕਿ ਮੈਂ ਇਹਨੂੰ ਦੁੱਖ ਦੇਣਾ ਆ। ਜਿਹੜੇ ਦੁੱਖ ਸੁੱਖ ਆ ਭਗਵਾਨ ਦੀ ਇੱਛਾ ਨਾਲ ਹੀ ਆ। ਜਦੋਂ ਤੁਸੀਂ ਪਾਪ ਕਰਮ ਕਰਦੇ ਆ, ਜਦੋਂ ਚੰਗਾ ਸੀ ਉਸ ਲਈ ਉਹਨੂੰ ਸੁੱਖ ਦਿੱਤੇ, ਜਦੋਂ ਉਹ ਗਲਤ ਕਰਮ ਕਰਨ ਲੱਗ ਪਿਆ, ਇੱਕ ਅੰਗੂਠਾ ਹੀ ਲਾਇਆ ਉਸ ਪਰਬਤ ਦੇ ਉੱਤੇ, ਤਾਂ ਉਹਦੇ ਹੱਥ ਛਿੱਲ ਹੋ ਗਏ, ਬਾਹਾਂ ਇੱਦਾਂ ਫਿਸ ਗਈਆਂ ਸੀਗੀਆਂ। ਫਿਰ ਉਹਦੀਆਂ ਬਾਹਾਂ ਠੀਕ ਕੀਤੀਆਂ, ਫਿਰ ਦਸਾਂ ਆਨੰਦਾਂ ਨੂੰ ਵਰਦਾਨ ਦੇ ਦਿੱਤਾ। ਪਰਬਤ ਲੈ ਕੇ ਉਹ ਵੀ ਉੱਡ ਜਾਂਦਾ ਸੀਗਾ। ਉਸੇ ਹੀ ਟਾਈਮ ਦੇ ਉੱਤੇ ਇੱਦਾਂ ਇੱਦਾਂ ਦੇ ਯੋਧੇ ਆਏ, ਐਡਾ ਐਡਾ ਦੇ ਰਾਖਸ਼ ਹੋਏ, ਜਿਨ੍ਹਾਂ ਦੇ ਕੋਲ ਇੰਨੀ ਸ਼ਕਤੀ ਸੀ ਜਿਹਦਾ ਕੋਈ ਅੰਤ ਨਹੀਂ ਸੀਗਾ। ਇੰਨੀ ਸ਼ਕਤੀ ਜਿਹਦਾ ਕੋਈ ਅੰਤ ਹੀ ਨਹੀਂ। ਇੱਕ ਤਾੜਕਾ ਔਰਤ ਸੀਗੀ, ਉਹਦੇ 'ਚ ਇੰਨੀ ਸ਼ਕਤੀ ਸੀ, ਉਹ ਸਾਰੇ ਸੰਤਾਂ ਸਾਧੂਆਂ ਦੀ ਭਗਤੀ ਭੰਗ ਕਰ ਦਿੰਦੇ ਸੀ, ਤੇ ਉਹਨੂੰ ਵੀ ਕੋਈ ਮਾਰ ਨਹੀਂ ਸਕਦਾ ਸੀਗਾ। ਸਮਾਂ ਪਿਆ ਬੇਅੰਤ, ਆਪਾਂ ਰਾਮਾਇਣ ਟਾਈਮ ਦੀ ਗੱਲ ਕਰਦੇ ਹਾਂ। ਸਮਾਂ ਪਿਆ, ਇੱਦਾਂ ਇੱਦਾਂ ਦੇ ਵੀ ਬੰਦੇ ਆਏ ਜਿਹੜੇ ਕਿ ਇੱਦਾਂ
ਉੜਦੇ, ਜਿੱਦਾਂ ਹੁਣ ਮੰਨ ਲਓ ਕੋਈ ਜਾਨਵਰ ਉੜਦਾ ਜਾਂਦਾ, ਉਹਦੀ ਪਰਛਾਈ ਥੱਲੇ ਆਉਂਦੀ ਹੁੰਦੀ ਨਾ, ਪਰਛਾਈ ਨੂੰ ਹੀ ਫੜ ਲੈਂਦੇ ਸੀ ਉਹ, ਤਾਂ ਕੋਈ ਅੱਗੇ ਪਿੱਛੇ ਨਹੀਂ ਸੀ ਜਾ ਸਕਦਾ। ਕੀ ਖਿਆਲ ਉਹਨਾਂ ਕੋਲ ਕੀ ਸੀਗਾ? ਸ਼ਕਤੀ ਸੀਗੀ। ਫਿਰ ਸਮਾਂ ਪਿਆ, ਹੁਣ ਜਿਹੜਾ ਰਾਵਣ ਦਾ ਜਿਹੜਾ ਭਰਾ ਆ ਕੁੰਭਕਰਨ, ਉਹ ਬਹੁਤ ਸ਼ਕਤੀਸ਼ਾਲੀ ਸੀਗਾ। ਰਾਵਣ ਦਾ ਜਿਹੜਾ ਭਰਾ ਹੋਇਆ ਕੁੰਭਕਰਨ, ਉਹ ਵੀ ਬਹੁਤ ਸ਼ਕਤੀਸ਼ਾਲੀ ਆ, ਬੇਅੰਤ ਸ਼ਕਤੀਆਂ ਦਾ ਮਾਲਕ ਆ। ਜੇ ਉਹ ਆਪਣੀ ਸ਼ਕਤੀ ਦਾ ਸਹੀ ਪ੍ਰਯੋਗ ਕਰਦਾ, ਅੱਜ ਜੱਗ ਤੇ ਉਹਦਾ ਵੀ ਕੋਈ ਮੰਦਿਰ ਹੋਣਾ ਸੀ, ਉਹਦੇ ਨਾਂ ਦਾ ਕੋਈ ਲੰਗਰ ਚੱਲਦਾ ਹੋਣਾ ਸੀ। ਹੁਣ ਤੁਸੀਂ ਦੇਖੋ, ਜਦੋਂ ਯੁੱਧ ਹੋਇਆ, ਉਹਨੇ ਪਾਪ ਦਾ ਸਾਥ ਦਿੱਤਾ। ਰਾਵਣ ਦਾ ਜਿਹੜਾ ਭਰਾ ਸੀ ਕੁੰਭਕਰਨ, ਉਹਨੇ ਪਾਪ ਦਾ ਸਾਥ ਦਿੱਤਾ ਕਿ ਉਹਦਾ ਭਰਾ ਜਿਹੜਾ ਗਲਤ ਸੀਗਾ, ਉਹਨੇ ਗਲਤ ਭਰਾ ਦਾ ਸਾਥ ਦਿੱਤਾ, ਤੇ ਉਹਦਾ ਜੱਗ ਤੇ ਨਾਮ ਮਿੱਟੀ ਹੋ ਗਿਆ। ਅੱਜ ਨਾਮ ਤਾਂ ਹੈਗਾ, ਪਰ ਗਲਤ ਪਾਸੇ ਲਿਖਿਆ ਜਾਂਦਾ। ਜਦੋਂ ਦੁਸਹਿਰਾ ਹੁੰਦਾ, ਉਹਨੂੰ ਫੂਕਦੇ ਆ, ਹਨਾ। ਬੁਰਾਈ 'ਚ ਨਾਮ ਹੋਇਆ ਉਹਦਾ, ਅਛਾਈ 'ਚ ਨਾਮ ਨਹੀਂ ਹੋਇਆ। ਪਰ ਤੁਸੀਂ ਦੇਖੋ, ਹਨੂਮਾਨ ਜੀ ਨੇ ਇੱਕ ਪਰਬਤ ਚੁੱਕਿਆ। ਹਨੂਮਾਨ ਜੀ ਕਹਿੰਦੇ ਕਿ ਮੈਂ ਤੈਨੂੰ ਹਨਾ ਪਰਬਤ ਦੇ ਥੱਲੇ ਦੇ ਦੇਣਾ ਆ ਕੁੰਭਕਰਨ ਨੂੰ। ਯੁੱਧ ਦੇ ਦੌਰਾਨ ਉਹ ਕਹਿੰਦੇ ਮੈਂ ਤੈਨੂੰ ਪਰਬਤ ਦੇ ਥੱਲੇ ਦੇ ਦੇਣਾ। ਪਰ ਹੋਇਆ ਕੀ? ਉਹ ਹਨੂਮਾਨ ਜੀ ਨੂੰ ਕਹਿਣ ਲੱਗਾ ਕਿ ਜੇ ਤੁਹਾਡੇ ਪਰਬਤ ਮਾਰਿਆ, ਮੈਂ ਹਿੱਲ ਵੀ ਗਿਆ, ਕਿ ਜੇ ਮੈਂ ਹਿੱਲ ਵੀ ਗਿਆ, ਮੇਰੇ ਪੈਰ ਵੀ ਡਗਮਗਾ ਗਏ, ਤਾਂ ਮੈਂ ਯੁੱਧ ਛੱਡ ਕੇ ਘਰ ਨੂੰ ਚਲ ਜਾਊਂਗਾ। ਹਨੂਮਾਨ ਜੀ ਨੇ ਜਦੋਂ ਮਾਰਿਆ ਨਾ, ਉਹਦੇ ਜਾ ਕੇ ਸਰੀਰ 'ਚ ਵੱਜਿਆ ਪਰਬਤ, ਉਹ ਹਿੱਲਿਆ ਨਹੀਂ। ਫਿਰ ਜਦੋਂ ਦੁਬਾਰਾ ਮਾਰਿਆ ਉਹਨਾਂ ਨੇ, ਫਿਰ ਵੀ ਨਹੀਂ ਹਿੱਲਿਆ। ਜਦੋਂ ਤੀਸਰੀ ਵਾਰੀ ਮਾਰਿਆ, ਉਹਨੇ ਮੋਰੇ ਫੂਕ ਮਾਰੀ ਹੈ ਪਰਬਤ ਵਿੱਚ, ਕੱਲੀ ਫੂਕ ਮਾਰਨਾ, ਪਰਬਤ ਉੜ ਗਿਆ। ਕਿੰਨੀ ਸ਼ਕਤੀ ਸੀਗੀ। ਹੁਣ ਤੁਸੀਂ ਸ਼ਕਤੀ ਦਾ ਅੰਦਾਜ਼ਾ ਲਾਓ। ਸ਼ਕਤੀ ਤਾਂ ਹਨੂਮਾਨ ਜੀ ਨਾਲ ਵੀ ਜ਼ਿਆਦਾ ਹੀ ਸੀ। ਉਹਨੇ ਤਾਂ ਫੂਕ ਮਾਰੀ ਆ, ਹਨੂਮਾਨ ਜੀ ਨੇ 2 ਹੱਥਾਂ ਨਾਲ ਚੱਕ ਕੇ ਮਾਰਿਆ। ਪਰ ਜੇ ਉਹ ਇੰਨੀ ਸ਼ਕਤੀ ਸੀ ਉਹਦੇ ਕੋਲ, ਜੇ ਉਹ ਸੱਚੀ ਸ਼ਕਤੀ ਦਾ ਦੁਰਪ੍ਰਯੋਗ ਨਾ ਕਰਦਾ, ਸਮਾਜ ਦਾ ਭਲਾ ਕਰਦਾ। ਹੁਣ ਹਨੂਮਾਨ ਜੀ ਕੋਲ ਜਿਹੜੀ ਸ਼ਕਤੀ ਸੀ, ਉਹਦੇ ਨਾਲ ਉਹਨਾਂ ਨੇ ਕੀਤਾ। ਹੁਣ ਹਨੂਮਾਨ ਜੀ ਕੋਲ ਵੀ ਸ਼ਕਤੀ ਹੈ, ਉਹਨੇ ਸ਼ਕਤੀ ਦਾ ਦੁਰਪ੍ਰਯੋਗ ਕੀਤਾ। ਹਨੂਮਾਨ ਜੀ ਨੇ ਕੀ ਕੀਤਾ? ਭਲਾ ਕੀਤਾ, ਦੁਨੀਆ ਨੂੰ ਤਾਰਿਆ, ਨਾ ਭਲਾ ਕੀਤਾ। ਜਿੱਦਾਂ ਹੁਣ ਲਛਮਣ ਮੂਰਛਿਤ ਹੋ ਗਿਆ ਨਾ, ਉਹਦੇ ਵਿੱਚ ਉਹ ਇੱਕ ਡਾਕਟਰ ਨੂੰ ਲੈ ਕੇ ਆਉਂਦੇ ਆ, ਵੈਦ ਨੂੰ ਲਿਆਉਂਦੇ ਲੰਕਾ 'ਚ ਚੱਕ ਕੇ। ਪਰ ਜਿਹੜਾ ਵੈਦ ਆਇਆ ਲੰਕਾ 'ਚ, ਉਹਨੇ ਇਹ ਨਹੀਂ ਕਿਹਾ ਕਿ ਮੈਂ ਲਛਮਣ ਦੀ ਮਦਦ ਨਹੀਂ ਕਰਨੀ। ਉਹ ਕਹਿੰਦਾ ਜੀ ਇਹਨੂੰ ਇੱਦਾਂ ਕਰੋ, ਬੂਟੀਆਂ ਲੈ ਕੇ ਉਹ ਫਲਾਣੇ ਪਰਬਤ 'ਤੇ ਲੱਗੀ ਸੰਜੀਵਨੀ ਬੂਟੀ ਆ, ਰਾਤ ਨੂੰ ਜਗਦੀ ਆ, ਜੇ ਕੋਈ ਲੈ ਆਵੇ ਤਾਂ ਮੈਂ ਇਹਦੀ ਹੈਲਪ ਕਰ ਦਊਂਗਾ, ਕਿ ਮੇਰਾ ਧਰਮ ਆ ਕਿ ਇਹਦੀ ਬਚਾਉਣਾ। ਠੀਕ ਨਾ? ਉਹ ਵੈਦ ਨੇ ਕੀਤਾ, ਧਰਮ ਨਿਭਾਇਆ, ਲਛਮਣ ਦੀ ਮਦਦ ਕੀਤੀ। ਹਨੂਮਾਨ ਜੀ ਉੜ ਕੇ ਗਏ, ਪਰਬਤ ਚੱਕ ਕੇ ਲੈ ਕੇ ਆਏ। ਹਨੂਮਾਨ ਜੀ ਨੇ ਭਲੇ ਦਾ ਕੰਮ ਕੀਤਾ, ਹੈ ਨਾ। ਹੁਣ ਜਿਹੜਾ ਕੁੰਭਕਰਨ ਸੀ, ਉਹਨੇ ਪਾਪ ਕਰਮ ਕੀਤਾ, ਆਪਣੀ ਸ਼ਕਤੀ ਨਾਲ ਦੁਰਪ੍ਰਯੋਗ ਕੀਤਾ। ਕਿੰਨੀ ਸ਼ਕਤੀ, ਫੂਕ ਮਾਰਿਆ, ਪਰਬਤ ਗਾਇਬ ਕਰਤਾ। ਪਰ ਫਿਰ ਵੀ ਜੱਗ ਤੇ ਨਾ ਨਹੀਂ ਹੋਇਆ। ਕਾਹਤੇ ਨਾ ਨਹੀਂ ਹੋਇਆ? ਕਿ ਉਹਨੇ ਕੀ ਸ਼ਕਤੀ ਦਾ ਦੁਰਪ੍ਰਯੋਗ ਕੀਤਾ, ਪਾਪ ਦੇ ਪਾਸੇ ਲਾਤਾ। ਜਿੱਦਾਂ ਕਿਸੇ ਵੇਲੇ ਬੰਦੇ ਕੋਲ ਧਨ ਬਹੁਤ ਹੁੰਦਾ, ਪਰ ਉਹ ਪਾਪ ਕਰੀ ਜਾਂਦਾ। ਜਿਹੜਾ ਆਪਣੇ ਧਨ ਨਾਲ ਪਰਮਾਤਮਾ ਦਾ ਨਾਮ ਕਰ ਜਾਂਦਾ ਆ, ਭਗਵਾਨ ਦੇ ਨਾਮ ਤੇ ਲੰਗਰ ਲਾਉਂਦਾ, ਦਾਨ ਪੁੰਨ ਕਰਦਾ, ਚੰਗਾ ਕਰਮ ਕਰਦਾ, ਉਹਦਾ ਜੱਗ ਤੇ ਨਾ ਹੁੰਦਾ। ਜਿਹੜੇ ਆਪਣੀ ਸ਼ਕਤੀ ਨਾਲ, ਪੈਸੇ ਦਾ ਪ੍ਰਯੋਗ ਗਰੀਬਾਂ ਦੇ ਉੱਤੇ ਜ਼ੁਲਮ ਕਰਦੇ ਆ, ਉਹਨਾਂ ਦਾ ਜੱਗ ਤੇ ਨਾਮ ਨਹੀਂ ਹੁੰਦਾ। ਜੇ ਹਨੂਮਾਨ ਜੀ ਨੇ ਆਪਣੀ ਸ਼ਕਤੀ ਦਾ ਪ੍ਰਯੋਗ ਸਹੀ ਕੀਤਾ, ਭਲੇ ਦੇ ਕੰਮ 'ਚ ਸ਼ਕਤੀ ਲਾਈ, ਲਛਮਣ ਮੂਰਛਿਤ ਸੀਗਾ, ਉਹ ਪਰਬਤ ਕਿਸ ਕਰਕੇ ਲੈ ਕੇ? ਚੰਗਾ ਕਰਮ ਕਰਨ ਲਈ। ਇਸ ਕਰਕੇ ਅੱਜ ਹਨੂਮਾਨ ਜੀ ਦਾ ਜੱਗ ਤੇ ਨਾਮ ਆ। ਦੁਸਹਿਰੇ ਦੇ ਦੌਰਾਨ ਬੱਚੇ ਹਨੂਮਾਨ ਜੀ ਬਣਦੇ ਆ, ਉਹਨਾਂ ਤੋਂ ਪ੍ਰੇਰਨਾ ਲੈਂਦੇ ਆ ਕਿ ਹਨੂਮਾਨ ਜੀ ਸਾਡੇ ਇੱਦਾਂ ਉੱਡਦੇ ਸੀ, ਇੱਦਾਂ ਉੱਡਦੇ ਸੀ। ਅੱਜ ਸਾਡੇ ਹੁਸ਼ਿਆਰਪੁਰ ਵਿੱਚ, ਪੂਰੇ ਇੰਡੀਆ ਵਿੱਚ ਮੇਰੇ ਹਿਸਾਬ ਨਾਲ ਸਾਡੇ ਹੁਸ਼ਿਆਰਪੁਰ ਵਿੱਚ ਬਹੁਤ ਜ਼ਿਆਦਾ ਬੱਚੇ ਹਨੂਮਾਨ ਬਣਦੇ ਆ। ਕਈ ਮਹੀਨਾ ਵਰਤ ਰੱਖਦੇ ਆ, ਕੁਛ ਖਾਂਦੇ ਨਹੀਂ, ਕਈ ਪ੍ਰਕਾਰ ਦੇ ਤਪ ਕਰਦੇ ਉਹਨਾਂ ਦੇ ਨਾਮ ਤੇ। ਉਹਨਾਂ ਤੋਂ ਪ੍ਰੇਰਨਾ ਲੈਂਦੇ ਆ ਕਿ ਅਸੀਂ ਵੀ ਆਪਣਾ ਜੀਵਨ ਹਨੂਮਾਨ ਜੀ ਵਾਂਗੂ ਬਤੀਤ ਕਰੀਏ। ਕਈ ਬ੍ਰਹਮਚਾਰੀ ਜੀਵਨ ਬਤੀਤ ਕਰਦੇ ਆ। ਅੱਜ ਹਨੂਮਾਨ ਜੀ ਦੇ ਥੈਂ ਮੰਦਿਰ ਬਣੇ ਆ, ਹਨੂਮਾਨ ਜੀ ਦੀ ਪੂਜਾ ਹੁੰਦੀ ਆ। ਠੀਕ ਹੈ ਨਾ? ਹਨੂਮਾਨ ਜੀ ਪੂਜਾ ਤਾਂ ਹੋਣ ਲੱਗੀ ਆ ਕਿ ਉਹਨਾਂ ਨੇ ਜਿਹੜੀ ਆਪਣੀ ਸ਼ਕਤੀ ਸੀ, ਉਹਦਾ ਦੁਰਪ੍ਰਯੋਗ ਨਹੀਂ ਕੀਤਾ, ਉਹਦਾ ਚੰਗੇ ਪ੍ਰਯੋਗ ਵਿੱਚ ਉਹਨੂੰ ਇਸਤੇਮਾਲ ਕੀਤਾ। ਅੱਜ ਹਨੂਮਾਨ ਜੀ ਦਾ ਇਸ ਕਰਕੇ ਧਰਤੀ ਉੱਤੇ ਨਾਂ ਆ।
ਜਦੋਂ ਜਦੋਂ ਵੀ ਕਿਸੇ ਨੇ ਹੈ ਨਾ ਆਪਣੀ ਸ਼ਕਤੀ ਦਾ ਦੁਰਪ੍ਰਯੋਗ ਕੀਤਾ, ਉਸ ਬੰਦੇ ਦਾ ਨਾਮ ਨਹੀਂ ਹੋਇਆ, ਉਹਦਾ ਵਿਨਾਸ਼ ਹੀ ਹੋ ਗਿਆ। ਹੁਣ ਤੁਸੀਂ ਆਪ ਸੋਚੋ, ਹਨੂੰਮਾਨ ਜੀ ਨੂੰ ਉੜਨਾ ਆਉਂਦਾ ਹੈ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਨਾ, ਹਨੂੰਮਾਨ ਜੀ ਨੂੰ ਉੜਨਾ ਆਉਂਦਾ, ਪਰ ਹਨੂੰਮਾਨ ਜੀ ਰਾਮਚੰਦਰ ਨੂੰ ਉੜਨਾ ਆਉਂਦਾ ਸੀ? ਨਹੀਂ ਆਉਂਦਾ ਸੀ ਨਾ। ਪਰ ਹਨੂੰਮਾਨ ਜੀ ਨੂੰ ਉੜਨਾ ਆਉਂਦਾ ਸੀਗਾ। ਉਹ ਉੜ ਕੇ ਕਿਤੇ ਦੀ ਕਿਤੇ ਚਲ ਜਾਂਦੇ ਸੀਗੇ। ਭਗਵਾਨ ਰਾਮਚੰਦਰ ਜੀ ਨੂੰ, ਲਕਸ਼ਮਣ ਨੂੰ ਆਪਣੇ ਕੰਧਿਆਂ ਤੇ ਬਿਠਾਲ ਕੇ ਉੜ ਗਏ। ਕਿੰਨੀ ਸ਼ਕਤੀ ਸੀਗੀ। ਪਰ ਰਾਮਚੰਦਰ ਜੀ ਦੇ ਫੇਰ ਵੀ ਪੈਰਾਂ 'ਚ ਮੱਥਾ ਟੇਕਦੇ ਸੀ। ਉਹਨਾਂ ਨੂੰ ਤਾਂ ਹੰਕਾਰ ਹੀ ਨਹੀਂ ਹੋਇਆ ਕਿ ਮੈਨੂੰ ਉੜਨਾ ਆਉਂਦਾ। ਜੇ ਉਹ ਸੋਚਦੇ ਲੈ ਮੈਨੂੰ ਉੜਨਾ ਆਉਂਦਾ, ਰਾਮ ਨੂੰ ਤਾਂ ਉੜਨਾ ਹੀ ਨਹੀਂ ਆਉਂਦਾ। ਉਹਨਾਂ 'ਚ ਨਿਮਰਤਾ ਬਹੁਤ ਸੀਗੀ ਨਾ। ਜੇ ਹੁਣ ਅੱਜ ਕਿਸੇ ਨੂੰ ਉੜਨਾ ਆ ਜਾਵੇ, ਅੱਜ ਦੇ ਯੁੱਗ 'ਚ ਜੇ ਉੜਨਾ ਆ ਜਾਏ, ਗਿਆਨ ਹੈ ਵੀ, ਮੈਂ ਕਹਿੰਦਾ ਉਹਨੇ ਕਹਿਣਾ ਮੈਂ ਹੀ ਰੱਬ ਹਾਂ। ਹਨੂੰਮਾਨ ਜੀ ਦਾ ਕਿਹਾ ਹੀ ਨਹੀਂ ਕਿ ਮੈਂ ਰੱਬ ਹਾਂ। ਉਹ ਕਹਿੰਦੇ ਮੈਂ ਭਗਵਾਨ ਰਾਮ ਤੁਹਾਡਾ ਦਾਸ ਹਾਂ ਨਾ। ਫਿਰ ਰਾਮਚੰਦਰ ਜੀ ਨੇ ਆਸ਼ੀਰਵਾਦ ਦਿੱਤਾ, ਕਹਿੰਦੇ ਤੁਹਾਡਾ ਹੈ ਨਾ ਜੱਗ 'ਤੇ ਨਾਮ ਹੋਊਗਾ, ਤੁਹਾਡੇ ਥੈਂ ਥੈਂ ਮੰਦਿਰ ਬਣਨਗੇ। ਜਿੱਥੇ ਵੀ ਰਾਮਚੰਦਰ ਦਾ ਮੰਦਿਰ ਹੋਊਗਾ, ਹਨੂੰਮਾਨ ਜੀ ਦੇ ਨਾਲ ਮੂਰਤੀ ਸਥਾਪਨਾ ਜ਼ਰੂਰ ਹੋਊਗੀ, ਕਿਉਂਕਿ ਉਹਨਾਂ ਨੇ ਸੱਚਾ ਧਰਮ ਨਿਭਾਇਆ, ਆਪਣੀ ਸ਼ਕਤੀ ਦਾ ਦੁਰਪ੍ਰਯੋਗ ਨਹੀਂ ਕੀਤਾ। ਹੁਣ ਸਮਝ ਲੱਗੀ, ਸ਼ਕਤੀ ਜਿਹੜੀ ਹੈ ਨਾ, ਉਹਦਾ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਵੀ ਨਾਮ ਦਾ ਹਲਾਰਾ ਆਉਂਦਾ, ਹੰਕਾਰ ਨਾ ਕਰੋ, ਮਾਣ ਨਾ ਕਰੋ। ਜੇ ਤੁਹਾਨੂੰ ਕੋਈ ਰੁਤਬਾ ਮਿਲਿਆ, ਜੇ ਬਾਬਾ ਜੀ ਲੰਗਰ ਚੱਲਦਾ ਸਲੇਰਨ ਧਾਮ, ਜਦੋਂ ਲੰਗਰ ਚੱਲ ਰਿਹਾ ਬਾਬਾ ਜੀ ਦਾ ਲੰਗਰ, ਤਾਂ ਸੰਗਤ ਚੜਾਉਂਦੀ ਆ। ਹੁਣ ਪੈਸਾ ਚੜ੍ਹਦਾ ਆ, ਸਬਜ਼ੀ ਸਾਡੇ ਬਾਬਾ ਜੀ ਮਨ ਬਾਖਦੇ ਆ ਨਾ। ਅਸੀਂ ਕਹਿੰਦੇ ਅਸੀਂ ਧਰਮ 'ਤੇ ਰਹਿਣਾ, ਕਿ ਜੇ ਸੰਗਤ ਨੇ ਪੈਸਾ ਚੜਾਇਆ, ਅਸੀਂ ਕੋਲੋਂ ਖਿਲਾਉਣਾ, ਕਿਤੇ ਸੰਗਤ ਦਾ ਪੈਸਾ ਉਹਨਾਂ ਨੂੰ ਹੀ ਖਿਲਾਉਣਾ। ਮੈਂ ਕਹਿੰਦਾ ਆ ਕਿ ਬਾਬਾ ਜੀ ਦਾ ਤੁਹਾਡਾ ਘਰ ਵਾ, ਬਾਬਾ ਜੀ ਤੁਹਾਡੇ ਭਰਾ ਵੀ ਆ, ਪਿਤਾ ਵੀ ਆ, ਸਭ ਕੁਛ ਹੀ ਆ ਜੇ ਤੁਸੀਂ ਸਮਝਦੇ ਆ, ਹੈ ਨਾ। ਬਾਬਾ ਜੀ ਤੁਸੀਂ ਭਰਾ ਵੀ ਸਮਝ ਸਕਦੇ, ਪਿਤਾ ਵੀ ਸਮਝ ਸਕਦੇ ਆ, ਸਭ ਕੁਝ ਸਮਝ ਸਕਦੇ ਆ। ਤੂੰ ਹੀ ਤੂੰ ਆ, ਤੂੰ ਹੀ ਤੂੰ ਮੇਰੇ ਦਾਤਾ। ਭੇਜਦੇ ਤਾਂ ਲੰਗਰ ਉਹ ਆ, ਪੈਸਾ ਉਹ ਭੇਜਦੇ, ਸੰਗਤ ਦੇ ਮਨ ਬਾਖਦੇ ਆ, ਸੰਗਤ ਚੀਜ਼ਾਂ ਚੜਾਉਂਦੀ ਆ, ਪੈਸਾ ਚੜ੍ਹਦਾ, ਅਸੀਂ ਉਹਦੇ ਨਾਲ ਲੰਗਰ ਲੈ ਆਉਂਦੇ ਹਾਂ। ਸਾਰੀ ਸੰਗਤ ਦਾ ਹੀ ਘਰ ਵਾ ਇਹ। ਬਾਬਾ ਜੀ ਕਿਸੇ ਇੱਕ ਦੇ ਨਹੀਂ, ਸਾਰਿਆਂ ਦੇ ਆ। ਕਿਸੇ ਦਾ ਦਿਲ ਨਾ ਤੋੜੋ, ਹੰਕਾਰ ਨਾ ਕਰੋ। ਜੇ ਤੁਹਾਨੂੰ ਕੋਈ ਰੁਤਬਾ ਮਿਲਿਆ ਹੈ ਨਾ, ਮੋਹਰੇ ਹੋ ਕੇ ਚਾਬੀ ਮਿਲ ਗਈ ਸਟੋਰ ਦੀ, ਇਹ ਨਾ ਸੋਚੋ ਕਿ ਮੇਰਾ ਸਮਾਨ ਆ। ਬਾਬਾ ਜੀ ਗੁੱਸੇ ਹੋ ਜਾਂਦੇ, ਉਹ ਕਹਿੰਦੇ ਚੀਜ਼ਾਂ ਮੈਂ ਭੇਜਦਾ, ਇਹ ਕੌਣ ਹੁੰਦਾ? ਫਿਰ ਤਾਂ ਭਗਵਾਨ ਉਹਨੂੰ ਫਿਰ ਦੂਰ ਕਰਦੇ, ਫਿਰ ਉਹਦੇ ਅੰਦਰ ਗੁੱਝੀਆਂ ਸੱਟਾਂ ਵੱਜਣੀਆਂ, ਉਹ ਕੋਈ ਵੀ ਹੋਵੇ ਭਾਵੇਂ। ਇਸ ਕਰਕੇ ਜਿੰਨੇ ਜਣ ਵੀ ਆਉਂਦੇ ਹਨ, ਨੀਵੇਂ ਹੋ ਕੇ ਰਹੋ, ਸੰਗਤ ਦੀ ਸੇਵਾ ਕਰੋ। ਇੱਦਾਂ ਸੋਚਿਆ ਕਰੋ ਕਿ ਹੇ ਬਾਬਾ ਜੀ, ਜਿੱਦਾਂ ਜਿੱਦਾਂ ਸੰਗਤ ਵਧੇ, ਸਾਡਾ ਹਿਰਦਾ ਵੀ ਵੱਡਾ ਹੋਵੇ। ਇਹ ਨਾ ਵੀ ਸੰਗਤ ਵਧੀ ਜਾਵੇ, ਅਸੀਂ ਕੰਜੂਸ ਹੋਈ ਜਾਈਏ, ਕਿਸੇ ਨੂੰ ਖਿਲਾਉਣ ਨੂੰ ਇੱਦਾਂ ਹਿੰਮਤ ਨਾ ਹੋਵੇ ਸਾਡੇ 'ਚ। ਸੰਗਤ ਦਾ ਪੈਸਾ ਅਸੀਂ ਕੋਲੋਂ ਤਾਂ ਕਰਦੇ ਹੀ ਨਹੀਂ, ਉਹਨਾਂ ਨੂੰ ਹੀ ਖਿਲਾਉਣਾ ਆ। ਇਸ ਕਰਕੇ ਸਾਰਿਆਂ ਨੇ ਹੰਕਾਰ ਨਹੀਂ ਕਰਨਾ, ਹਨੂੰਮਾਨ ਜੀ ਤੋਂ ਪ੍ਰੇਰਨਾ ਲੈਣੀ ਆ ਕਿ ਜਿਨ੍ਹਾਂ ਦੇ ਵਿੱਚ ਜਿਹੜੀਆਂ ਸ਼ਕਤੀਆਂ ਸੀਗੀਆਂ, ਫੂਕ ਮਾਰਿਆ ਪਰਬਤ ਉਡਾ ਦਿੰਦੇ ਸੀਗੇ। ਜਰਾਸੰਧ ਵਰਗੇ ਇੱਥੇ ਯੋਧੇ ਧਰਤੀ 'ਤੇ ਪੈਦਾ ਹੋਏ, ਜੱਗ 'ਤੇ ਉਹਨਾਂ ਦਾ ਕਿਸੇ ਦਾ ਕੋਈ ਮੰਦਰ ਨਹੀਂ ਬਣਿਆ, ਕੋਈ ਨਾਮ ਹੀ ਹੈ ਨਹੀਂ ਉਹਨਾਂ ਦਾ, ਨਾਮੋ ਨਿਸ਼ਾਨ ਨਹੀਂ ਹੈਗਾ। ਸਿਰਫ ਗੱਲਾਂ ਰਹਿ ਗਈਆਂ, ਕਿਤਾਬਾਂ ਬੁੱਕਾਂ 'ਚ ਇੱਕ ਨਾਂ ਲਿਖਿਆ ਗਿਆ ਕਿ ਇਹ ਬੰਦੇ ਗਲਤ ਸੀਗੇ। ਜੱਗ 'ਤੇ ਨਾਮ ਕਿਹਨਾਂ ਦੇ ਹੋਏ? ਸੱਚਿਆਂ ਦੇ ਹੋਏ, ਜਿਨ੍ਹਾਂ 'ਚ ਕੋਈ ਹੰਕਾਰ ਨਹੀਂ ਹੁੰਦਾ, ਨਿਮਰਤਾ ਹੁੰਦੀ ਆ, ਨੀਵਾਂਪਨ ਹੁੰਦਾ। ਫਲ ਨੀਵਿਆਂ ਰੁੱਖਾਂ ਨੂੰ ਲੱਗਦੇ। ਤੁਸੀਂ ਇੱਕ ਚੀਜ਼ ਨੋਟ ਕਰੋ, ਅੰਬ ਵਾ, ਲੀਚੀਆਂ ਆ, ਗਿਆਨ ਆ, ਉਹ ਛੋਟੇ ਛੋਟੇ ਬੂਟਿਆਂ ਨੂੰ ਫਲ ਲੱਗਦੇ, ਸਪੈਦੇ ਨੂੰ ਲੱਗਦਾ ਹੀ ਕੁਛ ਨਹੀਂ। ਜਿਹੜਾ ਅੰਦਰੋਂ ਇਹਦਾ ਆਕੜ ਕਰਦਾ, ਉਹਨੂੰ ਕਦੀ ਕੱਖ ਨਹੀਂ ਲੱਗਦਾ। ਜਿਹੜਾ ਕਹਿੰਦਾ ਮੈਂ ਕਰਦਾ ਆ, ਭਗਵਾਨ ਕਹਿੰਦਾ ਜਿਹੜਾ ਕਹਿੰਦਾ ਮੈਂ ਕਰਦਾ, ਉਹ ਤੋਂ ਕਦੀ ਚੰਗਾ ਕੋਈ ਕਰਮ ਹੋ ਹੀ ਨਹੀਂ ਸਕਦਾ। ਇਸ ਕਰਕੇ ਜੇ ਕੋਈ ਜੜੀਆਂ ਬੂਟੀਆਂ ਦਾ ਗਿਆਨ ਵਾ, ਚਲੋ ਸਾਨੂੰ ਬਾਬਾ ਜੀ ਨੇ ਗਿਆਨ ਦਿੱਤਾ ਸੀ, ਜੋ ਭਗਤੀ ਕੀਤੀ ਸਲੇਰਨ ਧਾਮ ਬੈਠ ਕੇ, ਤਪ ਕੀਤਾ, ਹੁਸ਼ਿਆਰਪੁਰ, ਲੁਧਿਆਣਾ, ਪੂਰੇ ਇੰਡੀਆ 'ਚ, ਵਰਲਡ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਹੌਸਪੀਟਲ ਆ। ਜਦੋਂ ਕਿਸੇ ਵੇਲੇ ਕਿਸੇ ਨੂੰ ਨਹੀਂ ਆਰਾਮ ਆਉਂਦਾ, ਉਸ ਵੇਲੇ ਉਹ ਸਲੇਰਨ ਧਾਮ ਵੱਲ ਨੂੰ ਆਪਣਾ ਮੂੰਹ ਕਰਦਾ ਹੈ ਨਾ। ਅਗਲਾ ਤਾਂ ਪਹਿਲਾਂ ਹੀ ਦੁਖੀ ਆ, ਆਉਂਦਿਆਂ ਉਹਨਾਂ ਪਿਆਰ ਕਰਨਾ ਸ਼ੁਰੂ ਕਰੋ, ਹੰਕਾਰੀ ਨਾ ਹੋਵੋ, ਹੰਕਾਰ ਨਾ ਕਰੋ ਕਿਸੇ ਵੀ ਗੱਲ ਦਾ ਕਿ ਲਓ ਜੀ ਸਾਡੇ ਕਰਕੇ ਠੀਕ ਹੁੰਦਾ। ਮੈਂ ਤਾਂ ਇਹ ਰਮਾਇਣ 'ਚੋਂ ਸੁਣਾਇਆ, ਉਹ ਜਿਹੜਾ ਬੰਦਾ ਸੀ ਵੈਦ ਸੀ, ਉਹਦੇ ਕੋਲ ਗਿਆਨ ਸੀ, ਬਲਕਿ ਉਹ ਦੂਸਰੀ ਪਾਰਟੀ ਦਾ ਸੀਗਾ ਬੰਦਾ, ਰਾਖਸ਼ਾਂ ਦਾ, ਫਿਰ ਵੀ ਲక్ష్మణ ਨੂੰ ਜਿੰਦਾ ਕਰਤਾ। ਇਸ ਕਰਕੇ ਜਿਹੜੇ ਡਾਕਟਰ ਆ, ਉਹ ਸਾਰਿਆਂ ਲਈ ਇੱਕ ਸਮਾਨ ਹੁੰਦਾ। ਜਿਹੜਾ ਵੈਦ ਹੁੰਦਾ, ਚਾਹੇ ਉਹਦਾ ਕੋਈ ਦੁਸ਼ਮਣ ਹੋਵੇ, ਜੇ ਆਪਣੇ ਦਿਲ 'ਚ ਫਰਕ ਕਰਦਾ, ਕਦੀ ਵੀ ਪਰਮਾਤਮਾ ਨੂੰ ਪਾ ਨਹੀਂ ਸਕਦਾ। ਵੈਦ ਔਰ ਡਾਕਟਰ ਲਈ ਸਾਰੇ ਇੱਕ ਸਮਾਨ ਹੋਣੇ ਚਾਹੀਦੇ ਆ। ਇਹ ਰਮਾਇਣ 'ਚੋਂ ਸਾਨੂੰ ਗਿਆਨ ਮਿਲਦਾ ਇਕੱਲੀ ਇਕੱਲੀ ਗੱਲ ਦਾ। ਠੀਕ ਹੈ, ਤੁਸੀਂ ਵੀ ਕਿਸੇ ਨੇ ਹੰਕਾਰ ਨਹੀਂ ਕਰਨਾ, ਨਾ ਆਪਣੀ ਭਗਤੀ ਦਾ,
ਨਾ ਦੇਹ ਕਾਇਆ ਦਾ ਪਤਾ ਹੀ ਨਹੀਂ ਕਿਹੜੇ ਵੇਲੇ ਕੀ ਹੋਣਾ। ਅੱਜ ਰਾਤ ਖਰੇ ਹੈਗੇ ਆ, ਕੱਲ੍ਹ ਨੂੰ ਖਰੇ ਨਹੀਂ ਹੈਗੇ। ਪਤਾ ਨਹੀਂ ਕਿਹੜਾ ਆਖਰੀ ਸਵਾਸ ਹੋਣਾ, ਪਤਾ ਨਹੀਂ ਕਿਹੜਾ ਆਖਰੀ ਬੋਲ ਹੋਣਾ। ਜਿੱਦਾਂ ਹੁਣ ਭਾਜੀ ਮੈਂ ਰਾਤ ਨੂੰ ਸੌਂਦਾ ਹਾਂ ਰੋਜ਼, ਮੇਰੇ ਮਨ 'ਚ ਆਉਂਦਾ ਕਿ ਮੈਂ ਬਾਬਾ ਜੀ ਦੇ ਨਾਮ ਦਾ ਕੁਛ ਨਾ ਕੁਛ ਬੋਲ ਕੇ ਸਮਾਂ, ਪਤਾ ਨਹੀਂ ਮੇਰੀ ਕਿਹੜੀ ਆਖਰੀ ਰਾਤ ਹੋਣੀ ਇਸ ਧਰਤੀ ਉੱਤੇ, ਪਤਾ ਨਹੀਂ ਕਿੱਦਣ ਫਲੈਟ ਹੋ ਜਾਣੀ ਇੱਥੋਂ। ਮੈਂ ਇੱਦਾਂ ਸੋਚਦਾ। ਪਰ ਤੁਸੀਂ ਵੀ ਆਪਣੇ ਅੰਦਰ ਨੀਵਾਂ ਪਾ ਰੱਖਣਾ, ਨੀਵੇਂ ਰੁੱਖਾਂ ਨੂੰ ਫਲ ਲੱਗਣੇ। ਜੇ ਤਾਂ ਬਾਬਾ ਜੀ ਨੂੰ ਮਿਲਣਾ ਆ ਫਿਰ ਨੀਵੇਂ ਰਹੋ, ਜੇ ਦੁਨੀਆ ਨੂੰ ਮਿਲਣਾ ਆ ਜਾਂ ਪੈਸਾ ਹੀ ਕਮਾਉਣਾ ਆ ਫਿਰ ਜੋ ਮਰਜ਼ੀ ਕਰਿਓ ਆਪਣੀ ਮਰਜ਼ੀ। ਹਨਾ, ਸਤਸੰਗ ਸੁਣਿਓ, ਕਰਨੀ ਆਪਣੀ ਮਰਜ਼ੀ ਹੈ ਤੁਸੀਂ। ਤੇ ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹੂੰਗਾ, ਨਿਮਰਤਾ ਰੱਖਿਓ, ਪਰਮਾਤਮਾ ਦੀ ਭਗਤੀ ਕਰਿਓ। ਬੋਲ ਸੱਚੇ ਦਰਬਾਰ ਕੀ ਜੈ। ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ।